ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਅੰਗ ਤੱਕ ਵਿਚਾਰ ਕਰ ਚੁੱਕੇ ਹਾਂ। 5 ਤੇ 1 ਤੋਂ ਆਪਾਂ ਅੱਗੇ ਵਿਚਾਰ ਕਰਨ ਦੀ ਗੁਰੂ ਸਾਹਿਬ ਨਾਨਕ ਸਾਹਿਬ ਜੀ ਬਲ ਬਖਸ਼ਣ ਵਿਚਾਰ ਕਰਨ ਦਾ। ਗੌੜੀ ਮਹੱਲਾ ਪੰਜਵਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। 205 ਅੰਗ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਐਸੋ ਪਰਚੋ ਪਾਇਓ, ਪਰਮਾਤਮਾ ਨਾਲ ਮੇਰੀ ਇਹੋ ਜਿਹੀ ਸਾਂਝ ਬਣ ਗਈ ਹੈ। ਕਰ ਕਿਰਪਾ ਦਿਆਲ ਬੀਠਲੇ ਸਤਿਗੁਰੂ ਮੁਝੈ ਬਤਾਇਓ ਰਹਾਓ। ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ਹੈ। ਰਹਾਓ ਠਹਿਰ ਜਾਣਾ, ਰੁਕ ਜਾਣਾ। ਜਤ ਕਤ ਦੇਖੋ ਤਤ ਤਤ ਤੁਮ ਹੀ ਮੋਹੇ, ਇਹੋ ਬਿਸ ਆਸ ਹੋਏ ਆਇਓ। ਗੁਰੂ ਦੀ ਸਹਾਇਤਾ ਨਾਲ ਹੁਣ ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿੱਧਰ ਵੇਖਦਾ ਹਾਂ, ਹੇ ਪ੍ਰਭੂ ਮੈਨੂੰ ਤੂੰ ਦਿਸਦਾ ਹੈ। ਕਰ ਪਹਿ ਕਰੋ ਅਰਦਾਸ ਬੇਨਤੀ, ਜੋ ਸੁਣਤੋ ਹੈ ਰਘੁਰਾਇਓ। ਮੈਨੂੰ ਯਕੀਨ ਹੋ ਗਿਆ ਹੈ ਕਿ ਜਦੋਂ ਪਰਮਾਤਮਾ ਆਪ ਜੀਵਾਂ ਦੀ ਅਰਦਾਸ ਬੇਨਤੀ ਸੁਣਦਾ ਹੈ ਤਾਂ ਮੈਂ ਉਸ ਤੋਂ ਬਿਨਾਂ ਹੋਰ ਕਿਸੇ ਦੇ ਪਾਸ ਰਜੋਈ ਕਰਾਂ, ਬੇਨਤੀ ਕਰਾਂ। ਗੁਰੂ ਸਾਹਿਬ ਜੀ ਪ੍ਰਸ਼ਨ ਕਰ ਰਹੇ ਨੇ ਆਪਾਂ। ਲਿਓ ਸਹਿਸਾ ਬੰਧਨ ਗੁਰ ਤੇਰੋ ਤੋਰੈ, ਲਿਓ ਸੈਂਸਾ ਬੰਧਨ ਗੁਰ ਤੋਰੈ, ਤਾਂ ਸਦਾ ਸਹਿਜ ਸੁਖ ਪਾਇਓ। ਗੁਰੂ ਨੇ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ, ਉਸ ਦਾ ਸਾਰਾ ਸਹਿਮ ਫਿਕਰ ਦੂਰ ਹੋ ਗਿਆ ਹੈ। ਤਦ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ ਹੈ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁਖ ਕਹਾਂ ਦਿਖਾਇਓ। ਉਸ ਨੂੰ ਯਕੀਨ ਬਣ ਗਿਆ ਹੈ ਕਿ ਪ੍ਰਭੂ ਦੀ ਰਜ਼ਾ ਅਨੁਸਾਰ ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ। ਉਸ ਦੇ ਹੁਕਮ ਤੋਂ ਬਿਨਾਂ ਕੋਈ ਸੁੱਖ ਜਾਂ ਕੋਈ ਦੁੱਖ ਕਿਤੇ ਵੀ ਵਿਖਾਲੀ ਨਹੀਂ ਦੇ ਸਕਦਾ। ਖੰਡ ਬ੍ਰਹਿਮੰਡ ਕਾ ਏਕੋ ਠਾਨਾ, ਗੁਰ ਪਰਦਾ ਖੋਲ ਦਿਖਾਇਓ। ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ ਪਰਦਾ ਖੋਲ੍ਹ ਕੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ, ਉਸ ਨੂੰ ਪਰਮਾਤਮਾ ਦੇ ਹੀ ਸਾਰੇ ਖੰਡ ਬ੍ਰਹਿਮੰਡ ਦਾ ਇੱਕੋ ਟਿਕਾਣਾ ਦਿਸਦਾ ਹੈ। ਨੌ ਨਿਧ ਨਾਮ ਨਿਧਾਨ, ਇੱਕ ਠਾਈ ਤੋਂ ਬਾਹਰ ਕੈਠੈ ਜਾਈਓ। ਜਿਸ ਮਨੁੱਖ ਦੇ ਹਿਰਦੇ ਵਿੱਚ ਹੀ ਗੁਰੂ ਦੀ ਕਿਰਪਾ ਨਾਲ ਜਗਤ ਦੇ 9 ਹੀ ਖਜ਼ਾਨਿਆਂ ਦੇ ਰੂਪ ਪ੍ਰਭੂ ਨਾਮ ਖਜ਼ਾਨਾ ਆ ਵਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਪੈਂਦੀ, ਨਹੀਂ ਰਹਿੰਦੀ ਜਾਂ ਪੈਂਦੀ। ਇੱਕ ਕਨਿਕ ਅਨਿਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ। ਜਿਵੇਂ ਇੱਕ ਸੋਨੇ ਦੇ ਤੋਂ ਸੁਨਿਆਰ ਨੇ ਗਹਿਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ ਹੈ, ਭਾਵ ਇੱਕ ਸੋਨੇ ਦੀ ਟੁਕੜੀ ਤੋਂ ਸੁਨਿਆਰ ਨੇ ਅਨੇਕਾਂ ਤਰ੍ਹਾਂ ਦੇ ਗਹਿਣੇ ਬਣਾਏ ਹਨ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੇ ਇਹ ਜਗਤ ਰਚਨਾ ਰਚ ਦਿੱਤੀ ਹੈ, ਭਾਵ ਇਸ ਸੰਸਾਰ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਕੀਤੇ ਹਨ। ਕਿਤਨੀ ਭਾਤ ਅਨੇਕਾਂ ਕਿਸਮਾਂ ਦੇ। ਕਹੋ ਨਾਨਕ ਭਰਮ ਗੁਰ ਖੋਈ ਹੈ, ਇਵ ਤਤੈ ਤਤ ਮਿਲਾਇਓ। ਹੇ ਨਾਨਕ, ਗੁਰੂ ਨੇ ਜਿਸ ਮਨੁੱਖ ਦਾ ਭਰਮ ਭੁਲੇਖਾ ਦੂਰ ਕਰ ਦਿੱਤਾ ਹੈ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ ਮੂਲ ਤੱਤ ਪ੍ਰਭੂ ਵਿੱਚ ਮਿਲਦਾ ਦਿਸਦਾ ਹੈ। ਜਿਵੇਂ ਅਨੇਕਾਂ ਰੂਪਾਂ ਦੇ ਗਹਿਣੇ ਮੁੜ ਸੋਨੇ ਵਿੱਚ ਹੀ ਮਿਲ ਜਾਂਦੇ ਹਨ, ਭਾਵ ਜਿੰਨੇ ਮਰਜ਼ੀ ਗਹਿਣੇ ਬਣੇ ਹੋਣ, ਜਦੋਂ ਉਸ ਨੂੰ ਅੱਗ ਵਿੱਚ ਗਰਮ ਕਰਦਾ ਸੁਨਿਆਰ, ਉਹਦੇ ਵਿੱਚੋਂ ਮੈਲ ਸਾਰੀ ਬਾਹਰ ਨਿਕਲ ਜਾਂਦੀ ਹੈ ਅਤੇ ਉਹ ਫਿਰ ਸੋਨੇ ਦਾ ਰੂਪ ਹੀ ਧਾਰਨ ਕਰ ਲੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਗੌੜੀ ਬਾਣੀ ਮਹੱਲਾ ਪੰਜਵਾਂ ਵਿੱਚ, ਗੌੜੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਗੌੜੀ ਬਾਣੀ ਵਿੱਚ ਅੱਗੇ ਕੀ ਸਮਝਾ ਰਹੇ ਨੇ। ਔਖਦ ਘਟੇ ਦਿਨ ਸਰੈ ਨਾਰੇ, ਹੇ ਭਾਈ ਤੇਰੀ ਉਮਰ ਇੱਕ ਇੱਕ ਦਿਨ ਇੱਕ ਇੱਕ ਰਾਤ ਕਰਕੇ ਘਟਦੀ ਜਾ ਰਹੀ ਹੈ।
ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਹੇ ਮਨ, ਜਿਸ ਕੰਮ ਲਈ ਤੂੰ ਜਗਤ ਵਿੱਚ ਆਇਆ ਹੈ, ਆਪਣੇ ਉਸ ਕੰਮ ਨੂੰ ਗੁਰੂ ਨੂੰ ਮਿਲ ਕੇ ਸਿਰੇ ਚਾੜ੍ਹ। ਭਾਵ ਆਪਾਂ ਜਿਹੜੇ ਕੰਮ ਲਈ ਆਏ ਸੀ, ਗੁਰੂ ਦੀ ਭਗਤੀ ਕਰਨ ਲਈ ਆਏ ਸੀ, ਆਪਾਂ ਉਸ ਮਾਲਕ ਨਾਲ ਮਿਲਾਪ ਕਰਨ ਆਏ ਸੀ, ਉਸ ਦਾ ਆਪਾਂ ਨੂੰ ਉਹ ਕੰਮ ਸਿਰੇ ਚਾੜ੍ਹਨਾ ਚਾਹੀਦਾ। ਆਪਾਂ ਅੱਜ ਕੱਲ੍ਹ ਉਹ ਮਾਇਆ ਦੇ ਚੱਕਰ 'ਚ ਪੈ ਕੇ ਹੋਰੇ ਹੋਰੇ ਕੰਮਾਂ 'ਚ ਪਏ ਹੋਏ ਹਾਂ। ਰਹਾਓ, ਰੁਕ ਜਾਣਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਹੇ ਮੇਰੇ ਮਿੱਤਰ ਪਿਆਰੇ, ਸੁਣ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ। ਇਹ ਮਨੁੱਖਾ ਜਨਮ ਸੰਤਾਂ ਦੀ ਟਹਿਲ ਕਰਨ ਦਾ ਸਮਾਂ ਹੈ। ਭਾਵ ਉਸ ਨਾਮ ਨਾਲ ਜੁੜਨ ਦਾ, ਉਸ ਮਾਲਕ ਦੀ ਬੰਦਗੀ ਕਰਨ ਦਾ ਸਮਾਂ ਹੈ। ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ। ਇਸ ਲਈ ਗੁਰੂ ਨਾਨਕ ਦਾਸ ਬੇਨਤੀ ਕਰਦਾ ਤੇਰੇ ਅੱਗੇ ਕਿ ਉਸ ਗੁਰੂ ਦੀ ਮੱਤ 'ਤੇ ਚੱਲ ਔਰ ਆਪਣਾ ਜੀਵਨ ਸਫਲ ਕਰ। ਇਆਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸਹੇਲਾ। ਇੱਥੋਂ ਹਰ ਨਾਮ ਦਾ ਲਾਭ ਖੱਟ ਕੇ ਤੁਰੋ, ਪਰਲੋਕ ਵਿੱਚ ਸੌਖਾ ਵਾਸ ਪ੍ਰਾਪਤ ਹੋ ਜਾਏਗਾ। ਇਆਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸਹੇਲਾ। ਇਹੋ ਸੰਸਾਰ ਵਿਕਾਰ ਸੈਸੇ, ਮਹਿ ਤਰਿਓ ਬ੍ਰਹਮ ਗਿਆਨੀ। ਇਹ ਜਗਤ ਵਿਕਾਰ ਰੂਪ ਬਣਿਆ ਹੋਇਆ ਹੈ। ਭਾਵ ਇਹ ਵਿਕਾਰਾਂ ਨਾਲ ਭਰਿਆ ਹੋਇਆ ਹੈ, ਵਿਕਾਰਾਂ ਨਾਲ ਭਰਪੂਰ ਹੈ। ਵਿਕਾਰਾਂ ਵਿੱਚ ਫਸ ਕੇ ਜੀਵ ਚਿੰਤਾ ਫਿਕਰਾਂ ਵਿੱਚ ਡੁੱਬੇ ਰਹਿੰਦੇ ਹਨ। ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਭਾਵ ਇਹਨਾਂ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ, ਇਹਨਾਂ ਵਿਕਾਰਾਂ ਨੂੰ ਆਪਣੇ ਵੱਸ 'ਚ ਕਰ ਲੈਂਦਾ। ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਵਿਕਾਰ ਆਪਣੇ ਅੰਦਰ ਆਪਣੇ ਡਾਕੂ ਜਿਹੜੇ ਆਪਣੇ 'ਤੇ ਪਤਾ ਨਹੀਂ ਕਿਸ ਟਾਈਮ ਹਮਲਾ ਕਰ ਦੇਣ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹਨਾਂ ਨੂੰ ਸ਼ਾਂਤ ਕੀਤਾ ਜਾ ਸਕਦਾ। ਗੁਰੂ ਸਾਹਿਬ ਦੀ ਨਜ਼ਰ, ਬਖਸ਼ਿਸ਼ ਔਰ ਉਸ ਦੀ ਨਾਮ ਦੀ, ਉਸ ਦੀ ਮੱਤ 'ਤੇ ਚੱਲ ਕੇ ਹੀ ਇਹਨਾਂ ਨੂੰ ਵੱਸ 'ਚ ਕੀਤਾ ਜਾ ਸਕਦਾ। ਹੋਰ ਕੋਈ ਹੀਲਾ ਨਹੀਂ ਹੈ, ਕੋਈ ਵਸੀਲਾ ਨਹੀਂ ਹੈ। ਹੋਰ ਕਿਸੇ ਤਰੀਕੇ ਨਾਲ ਆਪਾਂ ਇਸ ਨੂੰ ਕੰਟਰੋਲ 'ਚ ਨਹੀਂ ਕਰ ਸਕਦੇ ਅਤੇ ਆਪਾਂ ਇਸ ਭਾਵ ਸਾਗਰ ਸਮੁੰਦਰ 'ਚੋਂ ਪਾਰ ਨਹੀਂ ਲੰਘ ਸਕਦੇ ਜਦੋਂ ਤੱਕ ਗੁਰੂ ਸਾਹਿਬ ਦੀ ਨਜ਼ਰ, ਬਖਸ਼ਿਸ਼ ਔਰ ਗੁਰੂ ਦੀ ਮੱਤ 'ਤੇ ਨਹੀਂ ਚੱਲਦੇ। ਜਿਸੇ ਜਗਾਏ ਪਿਆਹੇ ਹਰ ਰਸ, ਕਥ ਕਥਾ ਤਿਨ ਜਾਨੀ। ਜਿਸ ਮਨੁੱਖ ਨੂੰ ਪਰਮਾਤਮਾ ਵਿਕਾਰਾਂ ਦੀ ਨੀਂਦ ਵਿੱਚੋਂ ਸੁਚੇਤ ਕਰਦਾ ਹੈ, ਭਾਵ ਜਿਨ੍ਹਾਂ ਨੂੰ ਉਹ ਜਗਾਉਂਦਾ ਹੈ, ਉਸ ਨੂੰ ਆਪਣਾ ਹਰ ਨਾਮ ਰਸ ਪਿਲਾਉਂਦਾ ਹੈ, ਆਪਣੀ ਨਾਮ ਭਗਤੀ ਵਿੱਚ ਲਾਉਂਦਾ ਹੈ, ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਦੀ ਸਿਫਤ ਸਲਾਹ ਨਾਲ ਡੂੰਘੀ ਸਾਂਝ ਪਾ ਲਈ ਹੈ, ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਜਿਸ ਨਾਮ ਪਦਾਰਥ ਦੇ ਖਰੀਦਣ ਵਾਸਤੇ ਜਗਤ ਵਿੱਚ ਆਏ ਹੋ, ਉਹ ਸੌਦਾ ਖਰੀਦੋ। ਭਾਵ ਆਪਾਂ ਜਿਹੜਾ ਵਣਜ ਕਰਨ ਆਏ ਹਾਂ, ਜਿਹੜਾ ਵਪਾਰ ਕਰਨ ਆਏ ਹਾਂ, ਉਹ ਨਾਮ ਧਨ ਖਰੀਦਣ ਆਏ ਸੀ। ਆਪਾਂ ਅੱਜ ਕੱਲ੍ਹ ਹੋਰੇ ਹੋਰੇ ਪਾਸੇ ਲੱਗੇ ਹੋਏ ਹਾਂ। ਗੁਰੂ ਸਾਹਿਬ ਜੀ ਕਹਿ ਰਹੇ ਨੇ ਜਿਹੜੇ ਤੁਸੀਂ ਕੰਮ ਆਏ ਹੋ ਉਹੀ ਕੰਮ ਕਰੋ ਅਤੇ ਆਪਣਾ ਜੀਵਨ ਸਫਲ ਕਰੋ। ਨਿਜ ਘਰ ਮਹਿਲ ਪਾਓ, ਸੁਖ ਸਹਿਜੈ ਬੋਹਰ ਨਾ ਹੋਏਗੋ ਫੇਰਾ। ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਵਾਸ ਮਨ ਵਿੱਚ ਹੋ ਸਕਦਾ ਹੈ। ਗੁਰੂ ਦੀ ਸ਼ਰਨ ਪੈ ਕੇ ਆਤਮਿਕ ਅਡੋਲਤਾ ਦੇ ਆਨੰਦ ਵਿੱਚ ਟਿਕ ਕੇ ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਟਿਕਾਣਾ ਲੱਭੋ। ਭਾਵ ਆਪਣੇ ਅੰਦਰ ਖੋਜੋ। ਇਸ ਤਰ੍ਹਾਂ ਮੁੜ ਜਨਮ ਮਰਨ ਦੇ ਗੇੜ ਨਹੀਂ ਮਿਲੇਗਾ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੋਰ ਨਾ ਹੋਏਗੋ ਫੇਰਾ। ਅੰਤਰਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਹੇ ਅੰਤਰਜਾਮੀ ਸਰਵ ਵਿਆਪਕ ਕਰਤਾਰ, ਮੇਰੇ ਮਨ ਦੀ ਸ਼ਰਧਾ ਪੂਰੀ ਕਰ। ਨਾਨਕ ਦਾਸ ਇਹੀ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਤੇਰਾ ਦਾਸ ਨਾਨਕ ਤਾਂ ਇੱਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ। ਭਾਵ ਗੁਰੂ ਦੇ ਨਾਮ ਨਾਲ ਜੋੜ ਦੇ, ਗੁਰੂ ਦੀ ਮੱਤ 'ਤੇ ਚੱਲਣ ਲਾ ਦੇ। ਇਹੀ ਦਾਸ ਬੇਨਤੀ ਕਰਦਾ ਹੈ। ਆਪਾਂ ਨੂੰ ਸਮਝਾ ਰਿਹਾ ਗੁਰੂ ਸਾਹਿਬਜ਼ਾਦ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, 5ਵੇਂ ਪਾਤਸ਼ਾਹ ਜੀ। ਗੌੜੀ ਬਾਣੀ, ਗੌੜੀ ਮਹੱਲਾ 5ਵਾਂ। ਅੱਗੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਹਨ ਗੌੜੀ ਬਾਣੀ 'ਚ। ਰਾਖ ਪਿਤਾ ਪ੍ਰਭ ਮੇਰੇ, ਹੇ ਮੇਰੇ ਮਿੱਤਰ ਪ੍ਰਭੂ, ਮੈਨੂੰ ਗੁਣਹੀਨ ਨੂੰ ਬਚਾ ਲੈ। ਭਾਵ ਮੈਂ ਗੁਣਾ ਔਗਣ ਵਾਲਾ ਹਾਂ, ਗੁਣਹੀਨ ਭਾਵ ਔਗਣਾਂ ਦਾ ਭਰਿਆ ਹਾਂ, ਮੈਨੂੰ ਤੁਸੀਂ ਬਚਾ ਲਵੋ।
ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ। ਸਾਰੇ ਗੁਣ ਤੇਰੇ ਵੱਸ ਵਿੱਚ ਹਨ, ਜਿਸ 'ਤੇ ਮਿਹਰ ਕਰੇ ਉਸ ਨੂੰ ਮਿਲਦੇ ਹਨ। ਮੈਨੂੰ ਵੀ ਆਪਣੇ ਗੁਣ ਬਖਸ਼ ਤੇ ਔਗੁਣਾਂ ਤੋਂ ਬਚਾ ਲੈ। ਰਹਾਉ ਰੁਕ ਜਾਣਾ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਹੇ ਸਹਾਇਕ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ, ਸਭ ਦੀ ਸਹਾਇਤਾ ਕਰਨ ਵਾਲੇ ਪਰਮਾਤਮਾ ਅਕਾਲ ਪੁਰਖ, ਮੈਂ ਗਰੀਬ ਇਕੱਲਾ ਹਾਂ ਅਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ। ਭਾਵ ਮੇਰੇ ਅੰਦਰ ਪੰਜ ਵਿਕਾਰ ਨੇ ਜਿਹੜੇ ਭਜਾਈ ਫਿਰਦੇ ਨੇ ਦਿਨ ਰਾਤ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨੂੰ ਵਸ ਕਰਨ ਲਈ ਤੂੰ ਹੀ ਸਹਾਇਕ ਹੈ, ਤੂੰ ਹੀ ਸਹਾਇਤਾ ਹੈ ਤੇਰੀ, ਤੂੰ ਹੀ ਅਕਾਲ ਪੁਰਖ, ਤੂੰ ਹੀ ਸਮਰੱਥ ਹੈ। ਮੇਰੇ ਵੱਸ ਤੋਂ ਇਹ ਬਾਹਰ ਨੇ। ਤੂੰ ਹੀ ਬਖਸ਼ਿਸ਼ ਕਰ ਅਤੇ ਇਸ ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਤੁਹਾਡੀ ਬਖਸ਼ਿਸ਼ ਨਾਲ ਹੀ। ਤੁਸੀਂ ਆਪਣੇ ਗੁਣ ਬਖਸ਼ੋ, ਮੈਂ ਔਗਣਾ ਭਰਿਆ ਹਾਂ। ਖੇਦ ਕਰਹਿ ਔਰ ਬਹੁਤ ਸਤਾਵੈ ਹੈ, ਆਓ ਸਰਨ ਤੁਹਾਰੇ। ਮੇਰੀ ਸਹਾਇਤਾ ਕਰ, ਮੈਂ ਤੇਰੀ ਸ਼ਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦਿੰਦੇ ਹਨ, ਬਹੁਤ ਸਤਾਉਂਦੇ ਹਨ। ਭਾਵ ਇਹ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਬੰਦੇ ਨੂੰ ਬਹੁਤ ਦੁਖੀ ਕਰਦੇ ਨੇ। ਜਦੋਂ ਤੱਕ ਗੁਰੂ ਸਾਹਿਬ ਦੀ ਬਖਸ਼ਿਸ਼ ਨਜ਼ਰ ਨਹੀਂ ਹੁੰਦੀ, ਗੁਰੂ ਸਾਹਿਬ ਆਪਣੇ ਨਾਮ ਨਾਲ ਨਹੀਂ ਜੋੜਦੇ, ਆਪਣੀ ਮੱਤ 'ਤੇ ਨਹੀਂ ਤੋਰਦੇ, ਤਦ ਤੱਕ ਇਹ ਵੱਸ ਵਿੱਚ ਨਹੀਂ ਆਉਂਦੇ। ਗੁਰੂ ਸਾਹਿਬ ਦੀ ਬਖਸ਼ਿਸ਼ ਨਜ਼ਰ ਨਾਲ ਹੀ ਇਹ ਪੰਜਾਂ ਚੋਰਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 206 ਅੰਗ 'ਤੇ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਛੋੜੈ ਕਥੂ ਨਾਹੀ। ਹੇ ਪਿਤਾ ਪ੍ਰਭੂ, ਇਹਨਾਂ ਪੰਜਾਂ ਬਖਾਦੀਆਂ ਤੋਂ ਬਚਣ ਲਈ ਮੈਂ ਅਨੇਕਾਂ ਦੇ ਕਈ ਕਿਸਮਾਂ ਦੇ ਯਤਨ ਕਰਕੇ ਥੱਕ ਗਿਆ ਹਾਂ। ਇਹ ਕਿਸੇ ਤਰ੍ਹਾਂ ਵੀ ਮੇਰੀ ਖਲਾਸੀ ਨਹੀਂ ਕਰਦੇ। ਭਾਵ ਮੈਂ ਹੋਰ ਯਤਨਾਂ ਨਾਲ ਇਹਨਾਂ ਪੰਜਾਂ ਵਿਕਾਰਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ, ਲੇਕਿਨ ਇਹ ਕਾਬੂ ਵਿੱਚ ਨਹੀਂ ਆਏ। ਗੁਰੂ ਸਾਹਿਬ ਜੀ ਅੱਗੇ ਫਰਿਆਦ ਕਰ ਰਹੇ ਨੇ, ਤੁਸੀਂ ਆਪਣੀ ਨਜ਼ਰ ਬਖਸ਼ਿਸ਼ ਕਰੋ, ਮੈਨੂੰ ਆਪਣੇ ਮੱਤ ਬਖਸ਼ੋ ਅਤੇ ਮੈਂ ਇਸ ਨੂੰ ਕੰਟਰੋਲ 'ਚ ਕਰ ਲਾਂ, ਵੱਸ 'ਚ ਕਰ ਸਕਦਾ ਹਾਂ। ਏਤ ਬਾਤ ਸੁਣ ਤਾਕੀ, ਓਟ ਸਾਧ ਸੰਗ ਮਿਟ ਜਾਹੀ। ਓਟਾ ਸਾਧ ਸੰਗ ਮਿਟ ਜਾਈ। ਇੱਕ ਇਹ ਗੱਲ ਸੁਣ ਕੇ ਸਾਧ ਸੰਗਤ ਵਿੱਚ ਰਿਹਾ, ਇਹ ਮੁੱਕ ਜਾਂਦੇ ਹਨ। ਮੈਂ ਤੇਰੀ ਸਾਧ ਸੰਗਤ ਵਿੱਚ ਦਾ ਆਸਰਾ ਲਿਆ ਹੈ। ਭਾਵ ਗੁਰੂ ਦੀ ਮੱਤ ਚੱਲਣ ਵਾਲਿਆਂ ਨਾਲ ਜਦੋਂ ਆਪਾਂ ਉਹਨਾਂ ਦੇ ਵਿੱਚ ਰਹਿੰਦੇ ਹਾਂ, ਉਹਨਾਂ ਦੀ ਸੰਗਤ ਕਰਦੇ ਹਾਂ, ਉਹਨਾਂ ਤੋਂ ਮੱਤ ਲੈਂਦੇ ਹਾਂ, ਅਤੇ ਇਹਨਾਂ 'ਤੇ ਬਸ ਇਹਨਾਂ ਵਿਕਾਰਾਂ ਨੂੰ ਵੱਸ 'ਚ ਕੀਤਾ ਜਾ ਸਕਦਾ ਹੈ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸਾਧ ਸੰਗਤ ਵਿੱਚ ਕਿਰਪਾ ਕਰਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ। ਭਾਵ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਤੁਹਾਡੇ ਭਗਤ ਜਿਹੜੇ ਤੁਹਾਡੇ ਨਾਮ ਦੇ ਵਿੱਚ ਮਸਤ ਸਨ, ਲੀਨ ਸਨ, ਜੋ ਤੁਹਾਡੀ ਮੱਤ 'ਤੇ ਚੱਲ ਰਹੇ ਸਨ, ਉਹ ਮੈਨੂੰ ਮਿਲ ਗਿਆ, ਪ੍ਰਾਪਤ ਹੋ ਗਿਆ ਤੁਹਾਡੀ ਕਿਰਪਾ ਸਦਕਾ। ਅਤੇ ਮੈਂ ਉਹਨਾਂ ਤੋਂ ਹੌਸਲਾ ਮਿਲਿਆ ਮੈਨੂੰ ਕਿ ਮੈਂ ਇਹਨਾਂ ਨੂੰ ਵੱਸ ਵਿੱਚ ਕਰ ਸਕਦਾ, ਪੰਜ ਵਿਕਾਰਾਂ ਨੂੰ ਜਿਹੜੇ ਮੇਰੇ ਅੰਦਰ ਹੈ। ਸੰਤੀ ਮੰਤ ਦਿਓ ਮੋਹੇ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਸੰਤਾਂ ਨੇ ਮੈਨੂੰ ਇਹਨਾਂ ਪੰਜਾਂ ਬਖਾਦੀਆਂ ਤੋਂ ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ। ਭਾਵ ਮੈਨੂੰ ਸਿੱਖਿਆ ਦਿੱਤੀ ਅਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿੱਚ ਧਾਰਿਆ। ਗੁਰੂ ਦੀ ਮੱਤ 'ਤੇ ਮੈਂ ਚੱਲਿਆ ਅਤੇ ਮੈਂ ਇਹਨਾਂ ਨੂੰ ਕੰਟਰੋਲ 'ਚ ਕੀਤਾ। ਜੀਤ ਲਏ ਉਹ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ। ਗੁਰੂ ਦੀ ਆਤਮਿਕ ਅਡੋਲਤਾ ਦੇਣ ਵਾਲੀ ਅਤੇ ਸੁੱਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ। ਭਾਵ ਜਿਹੜੇ ਅੰਦਰ ਬਖੇੜਾ ਖੜਾ ਕੀਤੀ ਖੜੇ ਸੀ ਪੰਜੇ ਚੋਰਾਂ ਨੂੰ, ਮੈਂ ਉਹਨਾਂ ਨੂੰ ਵੱਸ ਵਿੱਚ ਕਰ ਲਿਆ ਗੁਰੂ ਸਾਹਿਬ ਦੀ ਕਿਰਪਾ ਨਦਰ ਬਖਸ਼ਿਸ਼ ਸਦਕਾ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਨੀ। ਹੇ ਨਾਨਕ, ਹੁਣ ਮੇਰੇ ਮਨ ਵਿੱਚ ਆਤਮਿਕ ਚਾਨਣ ਹੋ ਗਿਆ ਹੈ। ਭਾਵ ਮੈਨੂੰ ਸੋਝੀ ਆ ਗਈ ਹੈ, ਮੈਂ ਉਹ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਹੈ ਜਿੱਥੇ ਕੋਈ ਵਾਸ਼ਨਾ ਨਹੀਂ ਪੋ ਸਕਦੀ, ਜਿੱਥੇ ਕੋਈ ਵਾਸ਼ਨਾ ਦਾ ਡਰ ਨਹੀਂ ਹੈ। ਭਾਵ ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਓਏ ਅਬਿਨਾਸੀ ਰਾਇਆ,
हे प्रभु तू एक ਉਹ ਰਾਜਾ ਹੈ ਜੋ ਕਦੇ ਨਾਸ਼ ਹੋਣ ਵਾਲਾ ਨਹੀਂ ਹੈ। ਨਿਰਭਉ ਸੰਗ ਤੁਮਾਰੇ ਬਸਤੇ ਇਹੋ ਡਰਨ ਕਹਾਂ ਤੇ ਆਇਆ ਰਹਾਓ। ਜਿਹੜੇ ਜੀਵ ਤੇਰੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ, ਭਾਵ ਗੁਰੂ ਦੀ ਚਰਨ, ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੀ ਸਿਫਤ ਸਲਾਹ ਕਰਨਾ, ਗੁਰੂ ਦੀ ਮੱਤ 'ਤੇ ਚੱਲਣਾ, ਉਹ ਨਿਡਰ ਹੋ ਜਾਂਦੇ ਹਨ। ਉਹਨਾਂ ਨੂੰ ਕਿਤੇ ਵੀ ਕੋਈ ਡਰ ਖੌਫ ਨਹੀਂ ਆਉਂਦਾ। ਰਹਾਓ ਰੁਕ ਜਾਣਾ। ਏਕ ਮਹਿਲ ਤੂੰ ਹੋਹੈ ਅਫਾਰੋ ਏਕ ਮਹਿਲ ਨੇ ਮਾਨੋ। ਹੇ ਪ੍ਰਭੂ ਤੇਰੇ ਚਰਨਾਂ ਵਿੱਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ ਇੱਕ ਮਨੁੱਖ ਦੇ ਸਰੀਰ ਵਿੱਚ ਤੂੰ ਆਪ ਹੀ ਹੰਕਾਰੀ ਬਣਿਆ ਹੈ ਅਤੇ ਇੱਕ ਹੋਰ ਸਰੀਰ ਵਿੱਚ ਤੂੰ ਆਪ ਹੀ ਮਾਨ ਰਹਿਤ ਵਾਲਾ ਹੈ। ਇੱਕ ਵਿੱਚ ਤੂੰ ਹੰਕਾਰੀ ਹੈ ਅਤੇ ਇੱਕ ਵਿੱਚ ਮਾਨ ਰਹਿਤ ਵਾਲਾ ਹੈ। ਤੂੰ ਆਪ ਹੀ ਕਰ ਰਿਹਾ ਜੋ ਕੁਛ ਕਰ ਰਿਹਾ। ਏਕ ਮਹਿਲ ਤੂੰ ਆਪੇ ਏਕ ਮਹਿਲ ਗਰੀਬਾਨੋ। ਇੱਕ ਸਰੀਰ ਵਿੱਚ ਤੂੰ ਆਪ ਹੀ ਸਭ ਇਖਤਿਆਰ ਵਾਲਾ ਹੈ ਅਤੇ ਇੱਕ ਸਰੀਰ ਵਿੱਚ ਤੂੰ ਗਰੀਬ ਕੰਗਾਲ ਹੈ। ਇੱਕ ਵਿੱਚ ਤੂੰ ਅਮੀਰ ਹੈ, ਇੱਕ ਵਿੱਚ ਤੂੰ ਗਰੀਬ ਹੈ। ਏਕ ਮਹਿਲ ਤੂੰ ਪੰਡਤ ਬਖਤਾ ਏਕ ਮਹਿਲ ਖਲ ਹੋਤਾ। ਹੇ ਪ੍ਰਭੂ ਇੱਕ ਮਨੁੱਖਾ ਸਰੀਰ ਵਿੱਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈ ਅਤੇ ਇੱਕ ਸਰੀਰ ਵਿੱਚ ਤੂੰ ਮੂਰਖ ਬਣਿਆ ਹੋਇਆ ਹੈ। ਇਹ ਸਭ ਕੁਛ ਤੂੰ ਆਪ ਹੀ ਕਰ ਰਿਹਾ ਹੈ। ਏਕ ਮਹਿਲ ਤੂੰ ਸਭ ਕਿਛ ਗ੍ਰਹਸ ਏਕ ਮਹਿਲ ਕਛੁ ਨਾ ਲੇਤਾ। ਇੱਕ ਸਰੀਰ ਵਿੱਚ ਬੈਠ ਕੇ ਤੂੰ ਗਰੀਬਾਂ ਕਮਜ਼ੋਰਾਂ ਪਾਸੋਂ ਸਭ ਕੁਛ ਖੋਹ ਕੇ ਆਪਣੇ ਪਾਸ ਇਕੱਠਾ ਕਰਨ ਵਾਲਾ ਹੈ ਅਤੇ ਇੱਕ ਸਰੀਰ ਵਿੱਚ ਤੂੰ ਵਿਰਕਤ ਬਣਾ ਕੇ ਕੋਈ ਚੀਜ਼ ਵੀ ਅੰਗੀਕਾਰ ਨਹੀਂ ਕਰਦਾ। ਇੱਕ 'ਚ ਤੂੰ ਵੰਡ ਰਿਹਾ ਅਤੇ ਇੱਕ ਵਿੱਚ ਤੂੰ ਨਹੀਂ ਦਿੰਦਾ ਕਿਸੇ ਨੂੰ। ਕਾਠ ਕੀ ਪੁੱਤਰੀ ਕਹਾ ਕਰੇ ਬੋਪਰੀ ਖਿਲਾਵਣ ਹਾਰੋ ਜਾਣੈ। ਪਰ ਇਹ ਜੀਵ ਵਿਚਾਰਾ ਕੱਠ ਦੀ ਪੁਤਲੀ ਹੈ। ਇਸ ਨੂੰ ਖਿਡਾਉਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਨਚਾ ਰਿਹਾ ਹੈ। ਭਾਵ ਜਿਹੜੇ ਮਨਮੁਖ ਨੇ ਉਹ ਕਹਿੰਦੇ ਨੇ ਅਸੀਂ ਨੱਚ ਰਹੇ ਹਾਂ, ਭੰਗੜੇ ਪਾ ਰਹੇ ਹਾਂ, ਪਰ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਦੀ ਮੱਤ ਬਖਸ਼ੀ ਹੈ ਉਹ ਕਹਿੰਦੇ ਨੇ ਸਾਨੂੰ ਗੁਰੂ ਸਾਹਿਬ ਨਚਾ ਰਹੇ ਨੇ। ਆਪਾਂ ਉਸ ਮਾਲਕ ਦੀਆਂ ਕੱਠ ਪੁਤਲੀਆਂ ਹਾਂ। ਗੁਰੂ ਸਾਹਿਬ ਜਿੱਦਾਂ ਚਾਹੁੰਦੇ ਨੇ ਉੱਦਾਂ ਕਰਾਉਂਦੇ ਆ। ਜੈਸਾ ਭੇਖ ਕਰਾਵੈ ਬਾਜ਼ੀਗਰ ਉਹੇ ਤੈਸੋ ਹੀ ਸਾਜ ਆਨੈ। ਬਾਜ਼ੀਗਰ ਖਿਡਾਉਣ ਵਾਲਾ ਪ੍ਰਭੂ ਬਾਜ਼ੀਗਰ ਜਿਹੋ ਜਿਹਾ ਸਾਂਗ ਰਚਾਉਂਦਾ ਹੈ ਉਹੋ ਜਿਹਾ ਜੀਵ ਉਹੋ ਜਿਹਾ ਸਾਂਗ ਰਚਦਾ ਹੈ। ਭਾਵ ਜਿਹੋ ਜਿਹੇ ਕਰਮ ਗੁਰੂ ਸਾਹਿਬ ਕਰਾਉਂਦੇ ਹਨ ਉਹੋ ਜਿਹੇ ਜੀਵਾਂ ਪਾਸੋਂ ਹੁੰਦੇ ਹਨ। ਅਨੇਕ ਕੋਠਰੀ ਬਹੁਤ ਭਾਤ ਕਰੀਆ ਆਪ ਹੋਆ ਰਖਵਾਰਾ। ਪ੍ਰਭੂ ਨੇ ਜਗਤ ਵਿੱਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ ਅਨੇਕਾਂ ਸਰੀਰ ਕੋਠੜੀਆਂ, ਭਾਵ ਇਹ ਸਰੀਰ ਆਪਣਾ ਕੋਠੜੀ ਹੈ, ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਅਤੇ ਪ੍ਰਭੂ ਆਪ ਹੀ ਸਭ ਦਾ ਰਾਖਾ ਬਣਿਆ ਹੈ। ਆਪ ਹੀ ਵਿੱਚ ਬੈਠ ਕੇ ਇਹਨਾਂ ਦੀ ਸੰਭਾਲ ਕਰ ਰਿਹਾ ਹੈ। ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਇਹੋ ਕਰੈ ਵਿਚਾਰਾ। ਇਹ ਵਿਚਾਰਾ ਜੀਵ ਆਪਣੇ ਆਪ ਕੁਛ ਵੀ ਕਰਨ ਜੋਗਾ ਨਹੀਂ ਹੈ। ਇਹੋ ਜਿਹੇ ਸਰੀਰ ਵਿੱਚ ਪਰਮਾਤਮਾ ਇਸ ਨੂੰ ਰੱਖਦਾ ਹੈ, ਉਹੋ ਜਿਹੇ ਸਰੀਰ ਵਿੱਚ ਇਸ ਨੂੰ ਰਹਿਣਾ ਪੈਂਦਾ ਹੈ। ਜਿਹੋ ਜਿਹੇ 'ਚ ਅਮੀਰ ਬਣਾਏ, ਗਰੀਬ ਬਣਾਵੇ, ਕੰਗਾਲ ਬਣਾਏ, ਉਹ ਸਭ ਕੁਛ ਕਰਨ ਕਰਾਉਣ ਵਾਲਾ ਉਹ ਆਪ ਹੈ। ਭਾਵ ਪੁੰਨੀ ਪਾਪੀ, ਪਾਪ ਕਰਾਉਣ ਵਾਲਾ ਵੀ ਉਹ ਆਪ ਹੈ ਅਤੇ ਪੁੰਨ ਕਰਾਉਣ ਵਾਲਾ ਵੀ ਉਹ ਆਪ ਹੈ। ਭਾਵ ਫਿਰ ਕਹਿੰਦੇ ਫਿਰ ਗੁਰੂ ਸਾਹਿਬ ਇਹ ਵਿੱਚ ਬੈਠਾ ਫਿਰ ਆਪ ਪਾਪ ਕਿਵੇਂ ਕਰਾ ਲਿਆ। ਭਾਵ ਗੁਰੂ ਸਾਹਿਬ ਆਪ ਨਿਰਲੇਪ ਨੇ ਇਹਨਾਂ ਚੀਜ਼ਾਂ ਤੋਂ, ਪੁੰਨਾ ਪਾਪ ਤੋਂ। ਉਹਨਾਂ 'ਤੇ ਉੱਪਰ ਕੋਈ ਦਾਗ ਨਹੀਂ, ਨਾ ਉਸ ਨੂੰ ਕਿਸੇ ਨੇ ਪੈਦਾ ਕੀਤਾ, ਸਹਿਭੰਗ ਹੈ। ਗੁਰੂ ਸਾਹਿਬ ਆਪਣੇ ਆਪ ਤੋਂ ਅਕਾਲ ਪੁਰਖ ਪ੍ਰਗਟ ਹੋਏ ਹਨ। ਉਸ ਨੇ ਇਹ ਸਾਰੀ ਖੇਡ ਰਚਨਾ ਰਚੀ ਹੈ ਅਤੇ ਇਹ ਤਮਾਸ਼ਾ ਦੇਖ ਰਿਹਾ ਵਿੱਚ ਬੈਠ ਕੇ ਆਪ ਹੀ। ਜਿਸ ਤਰ੍ਹਾਂ ਮਗਰਾਈ ਪਾਣੀ ਵਿੱਚ ਡੁੱਬੀ ਹੁੰਦੀ ਹੈ, ਉਹ ਆਪਣੇ ਅੰਦਰ ਬੈਠਾ ਹੋਇਆ ਹੈ, ਪਰ ਉਹ ਜਦੋਂ ਦਿਲ ਕਰਦਾ ਉਦੋਂ ਵਿੱਚੋਂ ਉੱਡ ਜਾਂਦਾ ਹੈ ਬੇਦਾਗ। ਭਾਵ ਮਰਗਾਈ ਪਾਣੀ ਵਿੱਚ ਡੁੱਬੀ ਹੁੰਦੀ ਆ ਪਰ ਉਹਦੇ ਪਰ ਗਿੱਲੇ ਨਹੀਂ ਹੁੰਦੇ। ਜਦੋਂ ਚਾਹੁੰਦੀ ਹੈ, ਜਦੋਂ ਉਹਨੂੰ ਖਤਰਾ ਲੱਗਦਾ ਵਿੱਚੋਂ, ਉਸੇ ਵੇਲੇ ਉੱਡ ਕੇ ਅਸਮਾਨ ਨੂੰ ਚਲੀ ਜਾਂਦੀ ਹੈ। ਭਾਵ ਇਹ ਜਿਹੜੀ ਆਤਮਾ ਅਤੇ ਪਰਮਾਤਮਾ ਦਾ ਮੇਲ ਅੰਦਰ ਦੋਨੇ ਬੈਠੇ ਨੇ, ਮੇਲ ਇਹਨਾਂ ਦਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ।
ਤੇ ਜਦੋਂ ਵੀ ਉਸ ਨੂੰ ਖਤਰਾ ਜਾਪਦਾ ਉਹ ਸਰੀਰ ਵਿੱਚੋਂ ਬਾਹਰ ਤੇ ਬੰਦਾ ਫਰਸ਼ 'ਤੇ। ਔਰ ਜਿੱਥੇ ਗੁਰੂ ਸਾਹਿਬ ਨੇ ਬਟਨ ਨੱਪਤਾ ਬ੍ਰੇਕ ਲੱਗ ਗਈ, ਉਦੋਂ ਬਾਅਦ ਇੱਕ ਘੜੀ ਨਹੀਂ ਰੱਖਦੇ, ਫਿਰ ਫੂਕ ਕੇ ਕੰਮ ਨਿਬੇੜ ਦਿੰਦੇ ਨੇ। ਭਾਵ ਆਤਮਾ ਵਿੱਚੋਂ ਗਈ ਤਾਂ ਬਾਕੀ ਸਾਰੇ ਅੰਗ ਆਪਣੇ ਉਵੇਂ ਲੱਗੇ ਰਹਿ ਜਾਣੇ, ਨਾਲ ਕਿਸੇ ਕੰਮ ਦੇ ਨਹੀਂ, ਉਸ ਆਤਮਾ ਤੋਂ ਬਿਨਾਂ, ਉਸ ਪਰਮਾਤਮਾ ਦੀ ਜੋਤ ਤੋਂ ਬਿਨਾਂ, ਜੋ ਘਟ ਘਟ ਵਿੱਚ ਵਸ ਰਿਹਾ ਹੈ, ਜੋ ਸਰਬ ਵਿਆਪਕ ਹੈ, ਸਭਨਾਂ ਵਿੱਚ ਵਰਤ ਰਹੀ ਹੈ। ਇੱਕੋ ਹੀ ਜੋਤ ਹੈ ਉਸ ਮਾਲਕ ਦੀ। ਕਰਮ ਉਹ ਆਪ ਕਰਾ ਰਿਹਾ, ਕਿਸੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢ ਲਾਂਗੇ। ਗੁਰੂ ਸਾਹਿਬ ਆਪ ਹੀ ਕਰਵਾਉਣ ਵਾਲੇ। ਆਪਣੇ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ, ਕੋਈ ਕਰਮ ਅੱਛੇ ਕੀਤੇ ਨੇ ਉਸ ਕਾਰਨ ਆਪਾਂ ਨੂੰ ਇਸ ਮਾਰਗ 'ਚ ਮਿਲ ਜਾਂਦਾ, ਭਗਤੀ ਮਾਰਗ ਮਿਲ ਜਾਂਦਾ। ਕਈਆਂ ਨੂੰ ਉਹ ਦੂਸਰੇ ਰਸਤੇ 'ਤੇ ਤੋਰ ਰਿਹਾ, ਸਭ ਉਸ ਦਾ ਕਰਿਆ ਕਰਾਇਆ ਹੈ। ਕਿਸੇ ਨੂੰ ਦਦਾ ਦੋਸ਼ ਨਾ ਦੀਜੇ, ਦੋਸ਼ ਕਰਮਾ ਆਪਣੇ। ਜੈਸੇ ਮੈਲ ਰਾਖੇ ਤੈਸੇ ਹਰਨਾ ਕਿਆ, ਇਹ ਕਰੈ ਵਿਚਾਰਾ। ਇਹ ਵਿਚਾਰਾ ਜੀਵ ਆਪਣੇ ਆਪ ਕੁਛ ਵੀ ਕਰਨ ਜੋਗਾ ਨਹੀਂ ਹੈ। ਜਿਹੋ ਜਿਹਾ ਸਰੀਰ ਵਿੱਚ ਪਰਮਾਤਮਾ ਨੇ ਇਸ ਨੂੰ ਰੱਖਦਾ ਹੈ, ਉਹੋ ਜਿਹਾ ਸਰੀਰ ਵਿੱਚ ਇਸ ਨੂੰ ਰਹਿਣਾ ਪੈਂਦਾ ਹੈ। ਜਿਨ ਕਿਛ ਕੀਆ ਸੋਈ ਜਾਣੇ, ਜਿਨ ਇਹ ਸਭ ਬਿਧ ਸਾਜੀ। ਭਾਵ ਇਹ ਭਾਂਡਾ ਉਸਨੇ ਹੀ ਸਾਜਿਆ ਆਪਣਾ। ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ, ਉਹੀ ਇਸ ਦੇ ਭੇਦ ਨੂੰ ਜਾਣਦਾ ਹੈ। ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਹੇ ਨਾਨਕ, ਉਹ ਪਰਮਾਤਮਾ ਪਰੇ ਤੋਂ ਪਰੇ ਹੈ, ਸਾਰੀ ਰਚਨਾ ਦਾ ਮਾਲਕ ਹੈ। ਉਹ ਆਪਣੇ ਕਰਮਾਂ ਦੀ ਕਦਰ ਆਪ ਹੀ ਜਾਣਦਾ ਹੈ, ਆਪਣੇ ਕੀਤੇ ਕਰਮਾਂ ਦਾ ਉਹ ਮੁੱਲ ਵੀ ਆਪ ਹੀ ਜਾਣਦਾ ਹੈ। ਜਿਹੋ ਜਿਹੇ ਕਰਮ ਆਪਾਂ ਕਰਦੇ ਹਾਂ, ਉਹੋ ਜਿਹਾ ਆਪਾਂ ਨੂੰ ਫਲ ਉਹ ਦੇ ਦਿੰਦਾ, ਬਖਸ਼ ਦਿੰਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਛੋੜ ਛੋੜ ਰੇ ਵਿਖਿਆ ਰੇ ਰਸੂਆ, ਹੇ ਭਾਈ ਮਾਇਆ ਦੇ ਚਸਕੇ ਛੱਡ ਦੇ, ਛੱਡ ਦੇ। ਮਾਇਆ ਜੋ ਆਪਾਂ ਨੂੰ ਦਿਖ ਰਹੀ ਹੈ, ਇਹ ਸਾਰੀ ਮਾਇਆ ਹੈ। ਧੀਆਂ ਪੁੱਤਰ, ਕੋਠੀਆਂ ਕਾਰਾਂ, ਜ਼ਮੀਨਾਂ ਜਾਇਦਾਦਾਂ, ਇਹ ਰਿਸ਼ਤੇਦਾਰੀਆਂ ਸਭ ਮਾਇਆ ਵਿੱਚ ਆਉਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਛੱਡ ਦਿਓ। ਭਾਵ ਇਹਨਾਂ ਤੋਂ ਰਹਿੰਦੇ ਹੋਏ ਨਿਰਲੇਪ ਰਹਿਣਾ, ਇਹਨਾਂ ਵਿੱਚ ਖੁੱਬਣਾ ਨਹੀਂ। ਜਿਵੇਂ ਇੱਕ ਮੱਖੀ ਸ਼ਹਿਦ ਦੀ ਹੁੰਦੀ ਹੈ, ਉਹ ਸ਼ਹਿਦ ਦਾ ਆਨੰਦ ਲੈਂਦੀ ਹੈ, ਸ਼ਹਿਦ ਦੇ ਛੱਤੇ 'ਤੇ ਬੈਠ ਕੇ ਜਦੋਂ ਉਹਦੇ ਵਿੱਚ ਖੁੱਭ ਜਾਂਦੀ ਫਿਰ ਮਰ ਜਾਂਦੀ ਹੈ। ਆਪਾਂ ਇਹਨਾਂ ਮਾਇਆ ਦੇ ਵਿੱਚ ਖੁੱਬਣਾ ਨਹੀਂ, ਆਪਾਂ ਆਨੰਦ ਲੈਣਾ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਆਨੰਦ ਉਹ ਨਾਨਕ ਸਾਹਿਬ ਦੀ ਬਖਸ਼ਿਸ਼, ਨਦਰ ਨਾਲ ਹੀ ਆਨੰਦ ਆਉਣਾ ਹੈ। ਅਦਰਵਾਈਜ਼ ਆਨੰਦ ਦਾ ਨਾ ਕੋਈ ਵਿਰੋਧੀ ਸ਼ਬਦ ਹੈ, ਨਾ ਕੋਈ ਉਲਟ ਸ਼ਬਦ ਹੈ। ਇਹ ਆਨੰਦ ਉਦੋਂ ਆਉਣਾ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਦਰ ਹੋਈ, ਜਦੋਂ ਆਪਾਂ ਗੁਰੂ ਦੀ ਬਾਣੀ ਵਿੱਚ ਜੁੜ ਗਏ, ਗੁਰੂ ਸਾਹਿਬ ਨੇ ਨਦਰ ਬਖਸ਼ਿਸ਼ ਕੀਤੀ, ਆਪਾਂ ਗੁਰੂ ਦੀ ਮੱਤ 'ਤੇ ਚੱਲਣ ਲੱਗ ਗਏ, ਤਾਂ ਆਪਾਂ ਨੂੰ ਆਨੰਦ ਆ ਜਾਏਗਾ। ਫਿਰ ਉਸ ਮਾਲਕ ਦੀ ਪ੍ਰਾਪਤੀ, ਮਿਲਾਪ ਹੋ ਜਾਏਗਾ, ਜਨਮ ਮਰਨ ਦੇ ਗੇੜ ਤੋਂ ਖਲਾਸੀ ਮਿਲ ਜਾਏਗੀ, ਅਤੇ ਹੋਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਸੰਸਾਰ ਸਮੁੰਦਰ ਭਵ ਸਾਗਰ ਤੋਂ ਪਾਰ ਲੰਘ ਜਾਵਾਂਗੇ। ਉਰਜ ਰਹਿਓ ਰੇ ਬਾਵਰਾ ਗਾਵਰ, ਜਿਉ ਕਿਰਖੈ ਹਰਿਆਲਿਓ ਹਰਿਆਇਓ ਪਸ਼ੂ ਰਹਾਓ। ਹੇ ਕਮਲੇ ਗਵਾਰ, ਤੂੰ ਇਹਨਾਂ ਚਸਕਿਆਂ ਵਿੱਚ ਇਉਂ ਮਸਤ ਪਿਆ ਹੈ ਜਿਵੇਂ ਕੋਈ ਪਸ਼ੂ ਹਰੇ ਖੇਤ ਵਿੱਚ ਮਸਤ ਹੁੰਦਾ ਹੈ। ਪਸ਼ੂ ਦੀ ਉਦਾਹਰਨ ਦੇ ਕੇ ਸਮਝਾ ਰਿਹਾ ਗੁਰੂ ਸਾਹਿਬ ਜੀ ਆਪਾਂ ਨੂੰ। ਜਿਵੇਂ ਪਸ਼ੂ ਚਾਰੇ ਲਈ ਮਸਤ ਹੁੰਦਾ ਹੈ, ਵੜ ਜਾਂਦਾ ਜਿਹੜੇ ਮਰਜ਼ੀ ਖੇਤ 'ਚ ਖਾਧੀ ਜਾਂਦਾ, ਇਸ ਤਰ੍ਹਾਂ ਇਹ ਮਨੁੱਖ ਨੂੰ ਸਮਝਾ ਰਹੇ ਨੇ, ਤੂੰ ਵੀ ਇਹ ਚਸਕਿਆਂ ਦੇ ਵਿੱਚ ਪਿਆ ਹੈ, ਬਚ ਜਾ ਬਚ ਜਾ, ਛੱਡ ਦੇ ਚਸਕੇ, ਰਹਾਓ ਰੁਕ ਜਾਣਾ। ਜੋ ਜਾਣੇ ਤੂੰ ਆਪਣੇ ਕਾਜੇ, ਸੋ ਸੰਗ ਨਾ ਚਾਲੇ ਤੇਰੇ ਤਸੂਆ। ਹੇ ਕਮਲੇ, ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈ, ਉਹ ਰੱਤਾ ਭਰ ਵੀ ਅੰਤ ਵੇਲੇ ਤੇਰੇ ਨਾਲ ਨਹੀਂ ਜਾਣੀ। ਜਿੰਨਾ ਪਿੱਛੇ ਤੂੰ ਭੱਜ ਦੌੜ ਕਰ ਰਿਹਾ, ਇਹਨਾਂ ਇੱਥੇ ਦੇ ਇੱਥੇ ਧਰੀਆਂ ਰਹਿ ਜਾਣੀਆਂ, ਤੇਰੇ ਨਾਲ ਨਹੀਂ ਜਾਣੀ। ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਨਾਂਗੋ ਆਇਓ ਨਾਂਗ ਸਿਦਾਸੀ, ਫੇਰ ਫਿਰਿਓ ਅਰ ਕਾਲ ਗਰਸੂਆ। ਤੂੰ ਜਗਤ ਵਿੱਚ ਨੰਗਾ ਆਇਆ ਸੀ, ਇੱਥੋਂ ਨੰਗਾ ਹੀ ਚਲਾ ਜਾਏਗਾ। ਤੂੰ ਵਿਅਰਥ ਹੀ ਜੂਨਾਂ ਦੇ ਗੇੜ ਵਿੱਚ ਫਿਰ ਰਿਹਾ ਹੈ।
ਅਤੇ ਤੈਨੂੰ ਆਤਮਿਕ ਮੌਤ ਨੇ ਗ੍ਰਸਿਆ ਹੋਇਆ ਹੈ। ਭਾਵ ਆਪਣੇ ਕਬਜ਼ੇ ਵਿੱਚ ਲਿਆ ਹੈ ਉਸ ਆਤਮਿਕ ਮੌਤ ਨੇ। ਪੇਖ ਪੇਖ ਰੇ ਕਸੰਭ ਕੀ ਲੀਲਾ ਰਾਚ ਮਾਚ ਤਿਨਹੂ ਲੋ ਹੁਸੂਆ ਹਸੂਆ। ਹੇ ਕਮਲੇ, ਇਹ ਮਾਇਆ ਦੀ ਖੇਡ ਕਸੁੰਬੇ ਦੀ ਖੇਡ ਹੈ। ਇਸ ਨੂੰ ਵੇਖ ਵੇਖ ਕੇ ਤੂੰ ਇਸ ਵਿੱਚ ਮਸਤ ਹੋ ਰਿਹਾ ਹੈ ਅਤੇ ਇਹਨਾਂ ਪਦਾਰਥਾਂ ਵਿੱਚ ਖੁਸ਼ ਹੋ ਰਿਹਾ ਹੈ। ਛੀਜਤ ਡੋਰ ਦਿਨਸ ਅਰ ਰੈਣੀ ਜੀ ਕੋ ਕਾਜ ਨਾ ਕੀਨੋ ਕਛੂਆ। ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਵੀ ਕੰਮ ਨਹੀਂ ਕੀਤਾ। ਜਿਹੜਾ ਤੇਰੇ ਨਾਲ ਜਾਣਾ ਉਹ ਨਾਮ ਧਨ ਤੂੰ ਨਹੀਂ ਕਮਾ ਰਿਹਾ। ਗੁਰੂ ਸਾਹਿਬ ਜੀ ਬਾਰ-ਬਾਰ ਕਹਿ ਰਹੇ ਨੇ ਕਿ ਇਹ ਜਿਹੜਾ ਕੁਛ ਨਾਲ ਨਹੀਂ ਜਾਣਾ ਉਹਦੇ ਪਿੱਛੇ ਤੂੰ ਦਿਨ ਰਾਤ ਭੱਜਿਆ ਫਿਰਦਾ। ਕਰਤ ਕਰਤ ਇਵ ਹੀ ਬਿਰਧਾਨੋ ਹਰਿਓ ਉਕਤੈ ਤਨ ਖਿਨਸੂਆ। ਮਾਇਆ ਦੇ ਧੰਦੇ ਕਰ ਕਰਕੇ ਓਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ। ਅਕਲ ਕੰਮ ਕਰਨੋਂ ਰਹਿ ਜਾਂਦੀ ਹੈ ਅਤੇ ਸਰੀਰ ਲਿੱਸਾ ਹੋ ਜਾਂਦਾ ਹੈ। ਇਹਨਾਂ ਮਾਇਆ ਦੇ ਚੱਕਰ ਵਿੱਚ ਭੱਜ ਭੱਜ ਦਿਨ ਰਾਤ। ਜਿਉ ਮੋਇਓ ਉਨ ਮੋਹਣੀ ਬਾਲਾ ਉਸ ਤੇ ਘਟੈ ਨਾਹੀ ਰਚ ਚਸੂਆ। ਜਿਵੇਂ ਜਵਾਨੀ ਵੇਲੇ ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿੱਚ ਫਸਾਇਆ ਸੀ, ਉਸ ਵੱਲੋਂ ਇਸ ਦੀ ਪ੍ਰੀਤ ਰੱਤਾ ਵੀ ਨਹੀਂ ਘਟਦੀ। ਭਾਵ ਜਵਾਨੀ 'ਚ ਜਿੱਦਾਂ ਉਸ ਮਾਇਆ ਮੋਹ ਨੇ ਫਸਾਇਆ ਉਸ ਚੱਕਰ ਵਿੱਚ ਹੀ ਐਂਡ ਤੱਕ ਰਹਿੰਦਾ ਹੈ, ਇਸ ਦੀ ਪ੍ਰੀਤ ਨਹੀਂ ਘਟਦੀ। ਗੁਰੂ ਸਾਹਿਬ ਦੀ ਕਿਰਪਾ ਨਾਲ ਅੱਗੇ ਗੁਰੂ ਸਾਹਿਬ ਆਪਾਂ ਨੂੰ ਕੀ ਸਮਝਾ ਰਹੇ ਹੈ। ਜਗ ਐਸਾ ਮੋਹੇ ਗੁਰਹਿ ਦਿਖਾਇਓ ਤੋ ਸਰਨ ਪਰਿਓ ਤਜ ਗਰਭ ਸੂਆ। ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ ਦਾ ਮੋਹ ਇਹੋ ਜਿਹਾ ਹੈ, ਤਦ ਮੈਂ ਜਗਤ ਦਾ ਮਾਣ ਛੱਡ ਕੇ ਗੁਰੂ ਦੀ ਸ਼ਰਨ ਪਿਆ ਹਾਂ। ਭਾਵ ਗੁਰੂ ਸਾਹਿਬ ਨੇ ਇਹ ਮੱਤ ਬਖਸ਼ ਦਿੱਤੀ ਹੈ ਕਿ ਇਹ ਜਿਹੜੀ ਮਾਇਆ ਚੱਕਰਾਂ 'ਚ ਪਿਆ ਇਹ ਤੇਰੇ ਨਾਲ ਨਹੀਂ ਜਾਣੀ, ਇਸ ਨੇ ਇੱਥੇ ਰਹਿ ਜਾਣਾ। ਇਹ ਨਾ ਅੱਜ ਤੱਕ ਕਿਸੇ ਦੇ ਨਾਲ ਗਈ ਹੈ ਨਾ ਕਿਸੇ ਦੇ ਨਾਲ ਜਾਣੀ ਹੈ। ਭਾਵ ਗੁਰੂ ਸਾਹਿਬ ਨੇ ਮੱਤ ਦਿੱਤੀ ਅਤੇ ਮੈਂ ਇਸ ਦੇ ਚੱਕਰ 'ਚੋਂ ਬਾਹਰ ਨਿਕਲ ਆਇਆ। ਮਾਰਗ ਪ੍ਰਭ ਕੋ ਸੰਤ ਬਤਾਇਓ ਦਿਰੜੀ ਨਾਨਕ ਦਾਸ ਭਗਤ ਹਰ ਜਸੂਆ। ਇਹ ਦਾਸ ਨਾਨਕ, ਗੁਰੂ ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਅਤੇ ਮੈਂ ਪਰਮਾਤਮਾ ਦੀ ਭਗਤੀ, ਪਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਪੱਕੀ ਕਰ ਲਈ ਹੈ। ਗੁਰੂ ਸਾਹਿਬ ਦੀ ਮਿਹਰ ਬਖਸ਼ਿਸ਼ ਸਦਕਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਤੁਝ ਬਿਨ ਕਮਨ ਹਮਾਰਾ, ਤੈਥੋਂ ਬਿਨਾਂ ਸਾਡਾ ਹੋਰ ਕੌਣ ਸਹਾਰਾ ਹੈ। ਗੁਰੂ ਸਾਹਿਬ ਪ੍ਰਸ਼ਨ ਕਰ ਰਹੇ ਨੇ, ਆਪਾਂ ਨੂੰ ਸਮਝਾ ਰਹੇ ਨੇ ਕਿ ਉਸ ਕਾਲ ਪੁਰਖ ਤੋਂ ਬਿਨਾਂ ਆਪਣਾ ਕੌਣ ਸਹਾਰਾ ਹੈ। ਮੇਰੇ ਪ੍ਰੀਤਮ ਪ੍ਰਾਣ ਆਧਾਰਾ ਰਹਾਓ। ਹੇ ਮੇਰੇ ਪ੍ਰੀਤਮ ਪ੍ਰਭੂ, ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ, ਰਹਾਓ ਰੁਕ ਜਾਣਾ। ਅੰਤਰ ਕੀ ਬਿਦ ਤੁਮ ਹੀ ਜਾਣੀ, ਤੁਮ ਹੀ ਸੱਜਣ ਸਹੇਲੇ। ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ, ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈ। ਸਰਬ ਸੁੱਖਾਂ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹ ਅਤੁੱਲੈ। ਹੇ ਮੇਰੇ ਅਥਾਹ ਤੇ ਅਡੋਲ ਠਾਕੁਰ, ਸਾਰੇ ਸੁੱਖ ਮੈਂ ਤੈਥੋਂ ਹੀ ਲੱਭੇ ਹਨ। ਭਾਵ ਮੈਨੂੰ ਸਾਰੇ ਸੁੱਖ ਤੇਰੇ ਤੋਂ ਹੀ ਪ੍ਰਾਪਤ ਹੋਏ ਨੇ। ਗੁਰੂ ਅਕਾਲ ਪੁਰਖ ਸਾਹਿਬ ਜੀ ਨੂੰ, ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾਉਣ ਲਈ ਦੱਸ ਰਹੇ ਹਨ ਕਿ ਆਪਾਂ ਸਾਰੇ ਸੁੱਖ ਉਸ ਅਕਾਲ ਪੁਰਖ ਤੋਂ ਹੀ ਪ੍ਰਾਪਤ ਕੀਤੇ ਹਨ। ਉਸ ਤੋਂ ਬਿਨਾਂ ਆਪਾਂ ਨੂੰ ਕੋਈ ਸੁੱਖ ਹੋਰ ਕਿਸੇ ਪਾਸੋਂ ਨਹੀਂ ਪ੍ਰਾਪਤ ਹੋ ਸਕਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 207 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਮਿਹਰ ਸਦਕਾ ਆਪਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਕੀ ਸਮਝਾ ਰਹੇ ਹਨ। ਬਰਨ ਨਾ ਸਾਕੋ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ। ਹੇ ਗੁਣਾਂ ਦੇ ਖਜ਼ਾਨੇ ਪ੍ਰਭੂ, ਹੇ ਸੁੱਖ ਦੇਣ ਵਾਲੇ ਪ੍ਰਭੂ, ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਅਗਮ ਅਗੋਚਰ ਪ੍ਰਭ ਅਬਨਾਸੀ, ਪੂਰੇ ਗੁਰ ਤੇ ਜਾਤੇ। ਹੇ ਪਹੁੰਚ ਪ੍ਰਭੂ, ਜਿਹਦੇ ਤੱਕ ਪਹੁੰਚ ਨਹੀਂ ਹੁੰਦੀ ਉਹ ਪ੍ਰਭੂ, ਹੇ ਮਾਲਕ, ਹੇ ਇੰਦਰੀਆਂ ਦੀ ਪਹੁੰਚ ਤੋਂ ਪਰੇ, ਗਿਆਨ ਇੰਦਰੀਆਂ ਦੀ ਜਿਹੜੀ ਪਹੁੰਚ 'ਚ ਨਹੀਂ ਆਉਂਦੇ। ਹੇ ਅਬਨਾਸੀ ਪ੍ਰਭੂ,
ਪੂਰੇ ਗੁਰੂ ਦੇ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ। ਭਾਵ ਪੂਰਾ ਗੁਰੂ ਆਪਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਦੇ ਤੋਂ ਬਿਨਾਂ ਆਪਣੀ ਸਾਂਝ ਨਹੀਂ ਪੈ ਸਕਦੀ ਕਿਸੇ ਹੋਰ ਚੀਜ਼ ਨਾਲ। ਪੂਰੇ ਗੁਰੂ ਪਾਸੋਂ ਹੀ ਇਹ ਸਾਂਝ ਪੈ ਸਕਦੀ ਹੈ। ਭਰਮ ਭਉ ਕਾਟੇ ਕੀਏ ਨਿਹ ਕੇਵਲ ਜਬ ਤੇ ਹੋਮੇ ਮਾਰੀ। ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਗੁਰੂ ਦੀ ਸ਼ਰਨ ਪੈ ਕੇ ਜਦੋਂ ਤੋਂ ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਅਤੇ ਡਰ ਦੂਰ ਕਰ ਦਿੰਦਾ ਹੈ, ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦਾ ਹੈ। ਜਦੋਂ ਆਪਾਂ ਗੁਰੂ ਦੀ ਸ਼ਰਨ ਪੈਂਦੇ ਹਾਂ, ਗੁਰੂ ਦੀ ਮੱਤ 'ਤੇ ਚੱਲਦੇ ਹਾਂ, ਤਾਂ ਇਹ ਬਖਸ਼ਿਸ਼ਾਂ ਹੁੰਦੀਆਂ ਹਨ। ਜਨਮ ਮਰਨ ਕੋ ਚੁਕੋ ਸਹਿਸਾ ਸਾਧ ਸੰਗਤ ਦਰਸਾਰੀ। ਸਾਧ ਸੰਗਤ ਵਿੱਚ ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ। ਭਾਵ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹਾਂ। ਕੀ ਕਰਨੇ ਆ? ਦਰਸ਼ਨ ਕਰਨੇ ਆ ਗੁਰੂ ਸਾਹਿਬ ਦੇ। ਗੁਰੂ ਸਾਹਿਬ ਆਪਣਾ ਕੀ ਹੈ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਸ਼ਬਦ ਗੁਰੂ ਸੁਰਤ ਤੈਨੂੰ ਚੇਲਾ। ਆਪਾਂ ਉਸ ਸੁਰਤ ਨੂੰ ਸੇਵਕ ਬਣਾਉਣਾ ਹੈ, ਗੁਰੂ ਦੇ ਸ਼ਬਦ ਨੂੰ ਆਪਾਂ ਗੁਰੂ ਬਣਾਉਣਾ ਹੈ ਅਤੇ ਗੁਰੂ ਦੀ ਮੱਤ 'ਤੇ ਚੱਲਣਾ ਹੈ। ਫਿਰ ਇਹ ਆਪਣਾ ਜੀਵਨ ਸਫਲ ਹੋ ਜਾਏਗਾ, ਆਪਣਾ ਜਨਮ ਮਰਨ ਦਾ ਗੇੜ ਖਤਮ ਹੋ ਜਾਏਗਾ। ਭਾਵ ਇਸ ਤੋਂ ਖਲਾਸੀ ਮਿਲ ਜਾਏਗੀ ਆਪਾਂ ਨੂੰ। ਚਰਨ ਪਖਾਰ ਕਰੋ ਗੁਰ ਸੇਵਾ ਬਾਹਰ ਜਾਓ ਲਖ ਬਾਰੀਆ। ਮੈਂ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ। ਮੈਂ ਗੁਰੂ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ। ਚਰਨ ਧੋਣੇ, ਗੁਰੂ ਦੀ ਸਿਫਤ ਸਲਾਹ ਕਰਨਾ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ, ਗੁਰੂ ਦੀ ਮੱਤ 'ਤੇ ਚੱਲਣਾ, ਇਹੀ ਗੁਰੂ ਦੇ ਚਰਨ ਧੋਣੇ ਹਨ। ਅਤੇ ਮੈਂ ਉਹ ਲੱਖਾਂ ਵਾਰੀ ਕਰੋੜਾਂ ਵਾਰੀ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜੇ ਪ੍ਰਸਾਦ ਇਹੋ ਭਵਜਲ ਤਰਿਆ ਜਨ ਨਾਨਕ ਪਿਰੈ ਸੰਗ ਮੇਰੀਆ। ਹੇ ਦਾਸ ਨਾਨਕ, ਕਿਉਂ ਉਸ ਗੁਰੂ ਦੀ ਕਿਰਪਾ ਨਾਲ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਅਤੇ ਪ੍ਰੀਤਮ ਪ੍ਰਭੂ ਦੇ ਚਰਨਾਂ ਵਿੱਚ ਜੁੜ ਸਕੀਦਾ ਹੈ। ਗੁਰੂ ਦੀ ਮੱਤ ਨਾਲ, ਉਸ ਦੀ ਕਿਰਪਾ ਨਾਲ ਹੀ ਜੁੜਿਆ ਜਾ ਸਕਦਾ, ਅਦਰਵਾਈਜ਼ ਕੋਈ ਹੱਲ ਨਹੀਂ। ਜਦੋਂ ਉਹ ਬਖਸ਼ਿਸ਼ ਨਦਰ ਕਰਦਾ ਉਦੋਂ ਹੀ ਉਸ ਦੀ ਸਿਫਤ ਸਲਾਹ ਹੁੰਦੀ ਹੈ, ਅਦਰਵਾਈਜ਼ ਕੋਈ ਬੰਦੇ ਦੇ ਵੱਸ ਦਾ ਰੋਗ ਦਾ ਨਹੀਂ ਹੈ। ਗੋੜੀ ਮਹੱਲਾ ਪੰਜਵਾਂ। ਗੋੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਤੁਝ ਬਿਨ ਕਵਣ ਰਿਝਾਵੈ ਤੋਹੀ। ਹੇ ਪ੍ਰਭੂ, ਤੇਰਾ ਸੋਹਣਾ ਸਰਬ ਵਿਆਪਕ ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ। ਤੇਰੋ ਰੂਪ ਸਗਲ ਦੇਖ ਮੋਹੀ ਰਹਾਓ। ਤੇਰੀ ਮਿਹਰ ਤੋਂ ਬਿਨਾਂ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ। ਭਾਵ ਤੈਨੂੰ ਖੁਸ਼ ਕਰਨਾ ਤੇਰੀ ਬਖਸ਼ਿਸ਼, ਤੇਰੀ ਨਜ਼ਰ ਨਾਲ ਹੀ ਤੁਸੀਂ ਖੁਸ਼ ਹੋ ਸਕਦੇ ਹੋ, ਅਦਰਵਾਈਜ਼ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ। ਸੁਰਗ ਲੋਕ, ਪਤਾਲ ਲੋਕ, ਮਾਤ ਲੋਕ, ਸਾਰਾ ਬ੍ਰਹਿਮੰਡ ਸਭਨਾਂ ਵਿੱਚ ਇੱਕ ਉਹ ਆਪ ਪਰਮਾਤਮਾ ਹੀ ਸਮਾਇਆ ਹੋਇਆ ਹੈ। ਸਿਵ ਸਿਵ ਕਰਤ ਸਗਲ ਕਰ ਜੋ ਰਹਿ ਸਰਬ ਮਾਇਆ ਠਾਕੁਰ ਤੇਰੀ ਦੋਹੀ। ਹੇ ਸਭ ਉੱਤੇ ਦਇਆ ਕਰਨ ਵਾਲੇ, ਸਭ ਦੇ ਠਾਕੁਰ, ਸਾਰੇ ਜੀਵ ਤੈਨੂੰ ਸੁਖ ਦਾਤਾ ਆਖ ਕੇ ਤੇਰੇ ਅੱਗੇ ਦੋਵੇਂ ਹੱਥ ਜੋੜਦੇ ਹਨ ਅਤੇ ਤੇਰੇ ਦਰ 'ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ। ਪਤਤ ਪਾਵਨ ਠਾਕੁਰ ਨਾਮ ਤੁਮਾਰਾ ਸੁਖਦਾਈ ਨਿਰਮਲ ਸੀਤ ਲੋਹੀ। ਹੇ ਠਾਕੁਰ, ਤੇਰਾ ਨਾਮ ਹੈ ਵਿਕਾਰਾਂ ਵਿੱਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਤੂੰ ਸਭ ਨੂੰ ਸੁੱਖ ਦੇਣ ਵਾਲਾ ਹੈ। ਤੂੰ ਪਵਿੱਤਰ ਹਸਤੀ ਵਾਲਾ ਹੈ। ਤੂੰ ਸ਼ਾਂਤੀ ਸਰੂਪ ਹੈ। ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ। ਨਾਨਕ ਆਖਦਾ ਹੈ ਕਿ ਤੇਰੇ ਸੰਤ ਜਨਾਂ ਨਾਲ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਹੀ ਤੇਰੇ ਸੇਵਕਾਂ ਵਾਸਤੇ ਗਿਆਨ ਚਰਚਾ ਹੈ, ਸਮਾਧੀਆਂ ਹਨ, ਲੋਕ ਪਰਲੋਕ ਦੀ ਇੱਜ਼ਤ ਹੈ। ਗੋੜੀ ਮਹੱਲਾ ਪੰਜਵਾਂ। ਗੋੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਮਿਲੋ ਪਿਆਰੇ ਜੀਆ। ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ, ਮੈਨੂੰ ਮਿਲ। ਪ੍ਰਭ ਕੀਆ ਤੁਮਾਰਾ ਥੀਆ ਰਹਾਓ। ਹੇ ਪ੍ਰਭੂ, ਜਗਤ ਵਿੱਚ ਤੇਰਾ ਕੀਤਾ ਹੀ ਵਰਤ ਰਿਹਾ ਹੈ, ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਅਨਕ ਜਨਮ ਬਹੁ ਜੁਮਨੀ ਭਰਮਿਆ ਬਹੁਰ ਬਹੁਰ ਦੁੱਖ ਪਾਇਆ। ਹੇ ਪ੍ਰਭੂ ਪਾਤਸ਼ਾਹ,
ਮਾਇਆ ਗ੍ਰਸਤ ਜੀਵ ਅਨੇਕਾਂ ਜਨਮਾਂ ਵਿੱਚ ਬਹੁਤ ਜੂਨੀਆਂ ਵਿੱਚ ਭਟਕਦਾ ਚੱਲਦਾ ਆਉਂਦਾ ਹੈ। ਜਨਮ ਮਰਨ ਦਾ ਦੁੱਖ ਮੁੜ ਮੁੜ ਸਹਾਰਦਾ ਹੈ। ਤੁਮਰੀ ਕਿਰਪਾ ਤੇ ਮਾਨਖ ਦੇ ਪਾਈ, ਦੇਹੋ ਦਰਸ ਹਰ ਰਾਇਆ। ਤੇਰੀ ਮਿਹਰ ਨਾਲ ਇਸ ਨੇ ਹੁਣ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ। ਇਸ ਨੂੰ ਆਪਣਾ ਦਰਸ਼ਨ ਦੇ, ਭਾਵ ਆਪਣੇ ਮਤ ਦੇ, ਆਪਣੇ ਨਾਮ ਨਾਲ ਜੋੜ। ਇਸ ਦੀ ਵਿਕਾਰਾਂ ਵੱਲੋਂ ਰੱਖਿਆ ਕਰ। ਜਿਹੜੇ 5 ਵਿਕਾਰ ਨੇ ਇਹਨਾਂ ਤੋਂ ਬਚਾਓ। ਇਹ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਨਜ਼ਰ ਨਾਲ ਆਪਾਂ ਅਰਦਾਸ ਕਰਨੀ ਆ ਉਸ ਮਾਲਕ ਅੱਗੇ। ਗੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਹਨ। ਸੋਈ ਹੋਆ ਜੋ ਤਿਸ ਭਾਣਾ, ਅਵਰ ਨਾ ਕਿਨ ਹੀ ਕੀਤਾ। ਜਗਤ ਵਿੱਚ ਉਹੀ ਕੁਝ ਬੀਤਦਾ ਹੈ ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ ਉਸ ਦੀ ਰਜ਼ਾ ਦੇ ਉਲਟ ਕੁਝ ਨਹੀਂ ਕਰ ਸਕਦਾ। ਤੁਮਰੇ ਭਾਣੇ ਪਰਮ ਮੋਹੇ, ਮੋਹਿਆ ਜਗਤ ਜਾਗਤ ਨਾਹੀ ਸੂਤਾ। ਹੇ ਪ੍ਰਭੂ, ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿੱਚ, ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਸਦਾ ਮੋਹ ਵਿੱਚ ਸੁੱਤਾ ਰਹਿੰਦਾ ਹੈ ਅਤੇ ਇਸ ਨੀਂਦ ਵਿੱਚੋਂ ਸੁਚੇਤ ਨਹੀਂ ਹੁੰਦਾ। ਬਿਨੋ ਸੁਣੋ ਤੁਮ ਪ੍ਰਾਣ ਪਤ ਪਿਆਰੇ, ਕਿਰਪਾ ਨਿਧ ਦਿਆਲਾ। ਹੇ ਮੇਰੀ ਜਿੰਦ ਦੇ ਪਤੀ, ਹੇ ਪਿਆਰੇ ਪ੍ਰਭੂ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਹੇ ਦਿਆਲ ਪ੍ਰਭੂ, ਤੂੰ ਮੇਰੀ ਬੇਨਤੀ ਸੁਣ। ਰਾਖ ਲਿਓ ਪਿਤਾ ਪ੍ਰਭ ਮੇਰੇ, ਅਨਾਥ ਕਰ ਪ੍ਰਤਪਾਲਾ। ਹੇ ਮੇਰੇ ਪਿਤਾ ਪ੍ਰਭੂ, ਅਨਾਥ ਜੀਵਾਂ ਦੀ ਪਾਲਣਾ ਕਰ। ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲੈ। ਨਾਥ ਭਾਵ ਜਿੰਦਾ ਕੋਈ ਨਹੀਂ ਸਹਾਰਾ ਹੁੰਦਾ, ਮਾਲਕਾ ਉਹਦਾ ਸਹਾਰਾ ਤੂੰ ਹੈ। ਉਸ ਨੂੰ ਜਿਹੜਾ ਕੋਈ ਨਹੀਂ ਇਹਨਾਂ ਹੱਲਿਆਂ ਤੋਂ ਬਚਾ ਸਕਦਾ, ਭਾਵ ਇਹ 5 ਵਿਕਾਰਾਂ ਤੋਂ ਕੋਈ ਹੋਰ ਨਹੀਂ ਬਚਾ ਸਕਦਾ। ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਨਜ਼ਰ ਤੋਂ ਬਿਨਾਂ ਹੋਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਕਿਉਂਕਿ ਉਹ ਅਕਾਲ ਪੁਰਖ ਆਪਣੇ ਵਰਗਾ ਸਿਰਫ ਆਪ ਹੀ ਹੈ, ਉਸਨੇ ਦੂਜਾ ਬਣਾਇਆ ਹੀ ਨਹੀਂ ਕੋਈ। ਜਿਸ ਨੂੰ ਤੁਮੈ ਦਿਖਾਇਓ ਦਰਸ਼ਨ, ਸਾਧ ਸੰਗਤ ਕਹਿ ਪਾਛੈ। ਹੇ ਪ੍ਰਭੂ, ਜਿਸ ਵੀ ਮਨੁੱਖ ਨੂੰ ਤੂੰ ਆਪਣਾ ਦਰਸ਼ਨ ਦਿੱਤਾ ਹੈ, ਸਾਧ ਸੰਗਤ ਦੇ ਆਸਰੇ ਰੱਖ ਕੇ ਦਿੱਤਾ ਹੈ, ਭਾਵ ਆਪਣੇ ਮੱਤ ਦਿੱਤੀ ਹੈ, ਆਪਣੀ ਸੰਗਤ, ਸਾਧ ਸੰਗਤ ਜੋ ਗੁਰੂ ਦੀ ਮੱਤ 'ਤੇ ਚੱਲ ਰਹੇ ਨੇ, ਗੁਰੂ ਦੇ ਸ਼ਬਦ ਨਾਲ ਜੁੜੀਆਂ ਰੂਹਾਂ ਨਾਲ, ਉਹਨਾਂ ਵਿੱਚ ਰਹਿ ਕੇ ਇਹ ਮੱਤ ਆਉਂਦੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਨਜ਼ਰ ਸਦਕਾ ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹੋ ਬਾਛੈ। ਹੇ ਪ੍ਰਭੂ, ਤੇਰਾ ਦਾਸ ਨਾਨਕ ਤੇਰੇ ਦਰ ਤੋਂ ਇਹ ਸੁੱਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਵੀ ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖਸ਼ੋ, ਭਾਵ ਆਪਣੀ ਮੱਤ ਬਖਸ਼ੋ, ਆਪਣੇ ਸੰਤ ਜਨਾਂ ਦੀ ਮੱਤ ਬਖਸ਼ੋ। ਜਿਹੜੇ ਤੁਸੀਂ ਆਪਣੇ ਨਾਮ ਵਿੱਚ ਜੋੜੇ ਹੋਏ ਨੇ, ਉਹਨਾਂ ਦੀ ਤਰ੍ਹਾਂ ਸਾਨੂੰ ਵੀ ਆਪਣੀ ਮੱਤ 'ਤੇ ਤੋਰੋ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਹਉ ਤਾਂ ਕਿ ਬਲਹਾਰੀ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਜਾ ਕੇ ਕੇਵਲ ਨਾਮ ਆਧਾਰੀ ਰਹਾਓ, ਜਿਨ੍ਹਾਂ ਦੇ ਹਿਰਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਮਹਿਮਾ ਤਾਂ ਕਿ ਕੇਤਕ ਗਨੀਐ, ਜਨ ਪਾਰ ਬ੍ਰਹਮ ਰੰਗ ਰਾਤੇ। ਸੰਤ ਜਨਾਂ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹਨਾਂ ਦੀ ਆਤਮਕ ਵੱਡਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਸ ਦੇ ਵੱਡਾਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੰਤ ਜਨ ਉਸ ਨਾਮ ਦੇ ਵਿੱਚ ਰੰਗ ਵਿੱਚ ਰੰਗੇ ਰਹਿੰਦੇ ਨੇ, ਉਸ ਅਕਾਲ ਪੁਰਖ ਦੀ ਬਾਣੀ ਦੇ ਵਿੱਚ ਰੱਤੇ ਰਹਿੰਦੇ ਨੇ, ਭਾਵ ਰੰਗੇ ਰਹਿਣਾ, ਮਸਤ ਰਹਿਣਾ, ਗੁਰੂ ਦੀ ਮੱਤ 'ਤੇ ਚੱਲਣਾ। ਸੁਖ ਸਹਿਜ ਆਨੰਦ ਤਿੰਨਾ, ਸੰਗ ਉਨ ਸੰਸਰ ਅਵਰ ਨਾ ਦਾਤੇ। ਉਹਨਾਂ ਦੀ ਸੰਗਤ ਵਿੱਚ ਰਿਹਾ ਆਤਮਕ ਅਡੋਲਤਾ ਦੇ ਸੁੱਖ ਆਨੰਦ ਪ੍ਰਾਪਤ ਹੁੰਦੇ ਹਨ। ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ। ਜਗਤ ਉਦਾਹਰਨ ਸਹੀ ਆਏ, ਜੋ ਜਨ ਦਰਸ ਪਿਆਸਾ। ਜਿਨ੍ਹਾਂ ਸੰਤ ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲੇ ਸਮਝੋ। ਜਿਹੜੇ ਆਪ ਜੁੜੇ ਨੇ, ਗੁਰੂ ਸਾਹਿਬ ਦੀ ਮੱਤ 'ਤੇ ਚੱਲ ਰਹੇ ਨੇ, ਉਹੀ ਆਪਾਂ ਨੂੰ ਬਚਾ ਸਕਦੇ ਨੇ। ਜਿਹੜੇ ਜਾਗਦੇ ਨੇ ਉਹੀ ਜਗਾ ਸਕਦੇ ਨੇ। ਜਿਹੜੇ ਆਪ ਸੁੱਤੇ ਨੇ ਉਹਨਾਂ ਆਪਾਂ ਨੂੰ ਕੀ ਜਗਾਉਣਾ। ਭਾਵ ਤਨ ਦਾ ਸੌਣਾ ਅਤੇ ਮਨ ਦਾ ਸੌਣਾ,
ਤਨ ਦਾ ਜਾਗਣਾ ਤੇ ਮਨ ਦਾ ਜਾਗਣਾ ਇਹ ਦੋ ਤਰ੍ਹਾਂ ਦਾ ਹੈ। ਦੁਨੀਆ ਤਨ ਤੋਂ ਜਾਗੀ, ਮਨ ਤੋਂ ਸਭ ਸੁੱਤੀ ਪਈ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਨਜ਼ਰ ਸਦਕਾ। ਜਦੋਂ ਉਹ ਚਾਹ ਉਦੋਂ ਹੀ ਜਾਗਦਾ ਬੰਦਾ, ਅਦਰਵਾਈਜ਼ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਉਨਕੀ ਸਰਨ ਜਗਤ ਉਦਾਹਰਨ ਸਹੀ ਆਏ, ਜੋ ਜਨ ਦਰਸ ਪਿਆਸਾ। ਜਿਨ੍ਹਾਂ ਸੰਤ ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ, ਭਾਵ ਗੁਰੂ ਸਾਹਿਬ ਆਪ ਜਿਸ 'ਤੇ ਤਰੁੱਠਦੇ ਹਨ, ਜਿਸ 'ਤੇ ਪ੍ਰਸੰਨ ਹੁੰਦੇ ਹਨ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਆਏ ਸਮਝੋ। ਉਹਨਾਂ ਦੀ ਉਨਕੀ ਸ਼ਰਨ ਪਰੇ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਉਹਨਾਂ ਦੀ ਸ਼ਰਨ ਜਿਹੜਾ ਮਨੁੱਖ ਆ ਜਾਂਦਾ ਹੈ, ਪੈ ਜਾਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਤ ਜਨਾਂ ਦੀ ਸੰਗਤ ਵਿੱਚ ਰਿਹਾ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਭਾਵ ਜਿਹੜੇ ਗੁਰੂ ਦੀ ਮੱਤ 'ਤੇ ਚੱਲ ਰਹੇ ਨੇ, ਗੁਰੂ ਦੀ ਸੰਗਤ ਕਰਦੇ ਹਨ, ਗੁਰੂ ਦੀ ਮੱਤ 'ਤੇ ਚੱਲਦੇ ਹਨ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਉਹਨਾਂ ਦੀ ਸੰਗਤ ਵਿੱਚ ਰਿਹਾ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ, ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ। ਤਾਂ ਕੈ ਚਰਨ ਪਰੋ ਤਾਂ ਜੀਵਾ, ਜਨ ਕੈ ਸੰਗ ਨਿਹਾਲਾ। ਸੰਤ ਜਨਾਂ ਦੀ ਸੰਗਤ ਵਿੱਚ ਰਿਹਾ ਮਨ ਖਿੜ ਆਉਂਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀ ਆ ਡਿੱਗਦਾ ਹਾਂ, ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਭਾਵ ਗੁਰੂ ਦੇ ਸੰਤ ਚਰਨ ਕਿਹੜੇ ਨੇ? ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਵਿੱਚ ਜੁੜਨਾ, ਗੁਰੂ ਦੀ ਸਿਫਤ ਸਲਾਹ ਕਰਨਾ, ਗੁਰੂ ਦੇ ਉਪਦੇਸ਼ 'ਤੇ ਚੱਲਣਾ, ਗੁਰੂ ਦੀ ਮੱਤ 'ਤੇ ਚੱਲਣਾ, ਇਹੀ ਗੁਰੂ ਦੇ ਚਰਨ ਹਨ। ਜਦੋਂ ਮੈਂ ਹੁਣ ਗੁਰੂ ਸਾਹਿਬ ਦੀ ਮੱਤ 'ਤੇ ਚੱਲਦਾ ਹਾਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤਦ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ, ਮੇਰਾ ਜੀਵਨ ਸਫਲ ਹੋ ਜਾਂਦਾ ਹੈ। ਭਗਤਨ ਕੀ ਰੇਨ ਹੋਏ ਮਨ ਮੇਰਾ, ਹੋ ਪ੍ਰਭ ਕਿਰਪਾਲਾ। ਹੇ ਪ੍ਰਭੂ, ਮੇਰੇ ਉੱਤੇ ਕਿਰਪਾਲ ਹੋਇਆ ਰਹੋ, ਤਾਂ ਕਿ ਤੇਰੀ ਕਿਰਪਾ ਨਾਲ ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ। ਭਾਵ ਤੇਰੇ ਨਾਲ ਜੁੜੀਆਂ ਰੂਹਾਂ ਦੀ ਮੈਂ ਧੂੜ ਬਣਿਆ ਰਵਾਂ, ਦਾਸਾਂ ਦਾ ਦਾਸ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਣਿਆ ਰਵਾਂ, ਤੇਰੇ ਸੇਵਕਾਂ ਦਾ ਸੇਵਕ ਬਣਿਆ ਰਵਾਂ। ਰਾਜ ਜੋਬਨ ਅਵਧ ਜੋ ਦੀਸੈ, ਸਭ ਕਿਛ ਜੁਗ ਮਹਿ ਘਾਟਿਆ। ਹਕੂਮਤ, ਜਵਾਨੀ, ਉਮਰ, ਜੋ ਕੁਛ ਵੀ ਜਗਤ ਵਿੱਚ ਸਾਂਭਣ ਯੋਗ ਦਿਸਦਾ ਹੈ, ਇਹ ਘਟਦਾ ਹੀ ਜਾਂਦਾ ਹੈ। ਨਾਮ ਨਿਧਾਨ ਸਦ ਨਵਤਨ ਨਿਰਮਲ, ਇਹੋ ਨਾਨਕ ਹਰ ਤਨ ਖਾਟਿਆ। ਹੇ ਨਾਨਕ, ਪਰਮਾਤਮਾ ਦਾ ਨਾਮ ਹੀ ਇੱਕ ਐਸਾ ਖਜ਼ਾਨਾ ਹੈ ਜੋ ਸਦਾ ਨਵਾਂ ਰਹਿੰਦਾ ਹੈ ਤੇ ਹੈ ਵੀ ਪਵਿੱਤਰ। ਭਾਵ ਇਸ ਖਜ਼ਾਨੇ ਨਾਲ ਮਨ ਵਿਗੜਨ ਦੀ ਥਾਂ ਪਵਿੱਤਰ ਹੁੰਦਾ ਹੈ, ਪਵਿੱਤਰ ਹੋ ਜਾਂਦਾ ਹੈ। ਸੰਤ ਜਨਾਂ ਇਹ ਨਾਮ ਧਨ ਹੀ ਸਦਾ ਖੱਟਦੇ ਕਮਾਉਂਦੇ ਰਹਿੰਦੇ ਹਨ। ਇਹ ਨਾਮ ਧਨ ਟਾਵੇਂ ਟਾਵੇਂ ਵਿਰਲੇ ਮਨੁੱਖਾਂ ਨੂੰ ਹੀ ਮਿਲਦਾ, ਗੁਰੂ ਨਾਨਕ ਸਾਹਿਬ ਜੀ ਦੀ ਨਦਰ ਬਖਸ਼ਿਸ਼ ਸਦਕਾ। ਇਹ ਨਾਮ ਧੰਮ ਆਪਣੇ ਨਾਲ ਜਾਣਾ ਹੈ, ਬਾਕੀ ਸਾਰੇ ਧਨ ਪਦਾਰਥ ਇੱਥੇ ਰਹਿ ਜਾਣੇ ਨੇ। ਗੁਰੂ ਸਾਹਿਬ ਜੀ ਫਿਰ ਆਪਾਂ ਨੂੰ ਦੁਬਾਰਾ ਇਹ ਸੁਣ ਲਓ, ਇੱਕ ਨਾਮ ਨਿਧਾਨ ਸਦਾ ਨਵਤਨ ਨਿਰਮਲ, ਇਹੋ ਨਾਨਕ ਹਰ ਤਨ ਖਾਟਿਆ। ਹੇ ਨਾਨਕ, ਪਰਮਾਤਮਾ ਦਾ ਨਾਮ ਇੱਕ ਐਸਾ ਖਜ਼ਾਨਾ ਹੈ ਜੋ ਸਦਾ ਨਵਾਂ ਰਹਿੰਦਾ ਹੈ, ਭਾਵ ਨਵਾਂ ਨਰਾਇਆ ਰਹਿੰਦਾ ਹੈ, ਤੇ ਹੈ ਵੀ ਪਵਿੱਤਰ, ਭਾਵ ਸ਼ੁੱਧ ਹੈ, ਪਵਿੱਤਰ ਹੈ। ਭਾਵ ਇਸ ਖਜ਼ਾਨੇ ਨਾਲ ਮਨ ਵਿਗੜਦਾ ਨਹੀਂ, ਮਨ ਨੂੰ ਸ਼ਾਂਤੀ ਆਉਂਦੀ ਹੈ, ਥਾਂ ਪਵਿੱਤਰ ਹੁੰਦਾ ਹੈ, ਵਿਗੜਨ ਦੀ ਥਾਂ ਮਨ ਪਵਿੱਤਰ ਹੋ ਜਾਂਦਾ ਹੈ। ਸੰਤ ਜਨਾਂ ਇਸ ਨਾਮ ਧਨ ਦੀ ਸਦਾ ਖੱਟਦੇ ਹਨ, ਜਿਹੜੇ ਗੁਰੂ ਦੀ ਮੱਤ 'ਤੇ ਚੱਲਦੇ ਹਨ, ਗੁਰੂ ਸਾਹਿਬ ਦੀ ਜਿਨ੍ਹਾਂ 'ਤੇ ਬਖਸ਼ਿਸ਼ ਹੈ, ਉਹ ਇਹ ਨਾਮ ਧਨ ਇਕੱਠਾ ਕਰਕੇ ਲਿਜਾਉਂਦੇ ਹਨ। ਬਾਕੀ ਦੁਨੀਆ ਦੇ ਜੀਵ ਇਸ ਚੱਕਰ 'ਚ ਪੈ ਰਹਿੰਦੇ ਨੇ, ਦੂਜੇ ਧਨ ਪਦਾਰਥਾਂ 'ਚ, ਜਿਹੜੇ ਨਾਲ ਨਹੀਂ ਜਾਣੇ। ਗੁਰੂ ਨਾਨਕ ਸਾਹਿਬ ਜੀ ਮਿਹਰ ਬਖਸ਼ਿਸ਼ ਸਦਕਾ ਤਾਂ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 207 ਅੰਗ ਦੀ ਵਿਚਾਰ ਸੰਪੂਰਨ ਕਰ ਲਈ ਹੈ, ਪੂਰੀ ਕਰ ਲਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਕਰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ। ਗੁਰੂ ਨਾਨਕ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 208 ਅੰਗ ਦੀ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ
ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਦੇ ਰਹਿਣ। ਇੱਦਾਂ ਹੀ ਆਪਣੀ ਵਿਚਾਰ ਸਿਫਤ ਸਲਾਹ ਆਪਣੇ ਪਾਸੋਂ ਕਰਵਾਉਂਦੇ ਰਹਿਣ। ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਸੇਵਾ ਭਗਤੀ ਵੀ ਕਰਵਾਉਂਦੇ ਰਹਿਣ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਮੇਨ ਬਖਸ਼ਿਸ਼ ਉਸ ਗੁਰੂ, ਜਦੋਂ ਨਾਨਕ ਸਾਹਿਬ ਜੀ ਬਖਸ਼ਿਸ਼ ਨਦਰ ਕਰਦੇ ਆ ਤਦ ਹੀ ਇਹ ਵਿਚਾਰ ਹੁੰਦੀ ਹੈ। ਬੰਦੇ ਦੇ ਵੱਸ ਦਾ ਰੋਗ ਨਹੀਂ ਹੁੰਦਾ। ਦਾਸ ਨੇ ਕਦੇ ਸੋਚਿਆ ਵੀ ਨਹੀਂ ਸੀ ਜੋ ਗੁਰੂ ਸਾਹਿਬ ਅੱਜ ਕਰਵਾ ਰਹੇ ਨੇ, ਉਹ ਸਭ ਉਸ ਮਾਲਕ ਦੀ ਬਖਸ਼ਿਸ਼ ਨਦਰ ਹੀ ਹੈ। ਇਸ ਤੋਂ ਵੱਡੀ ਬਖਸ਼ਿਸ਼ ਮੈਂ ਸੋਚ ਵੀ ਨਹੀਂ ਸਕਦਾ ਸੀ ਬਾਲਕ ਜੀ ਮੇਰੇ 'ਤੇ ਕਰਨਗੇ। ਭਾਵ ਮੇਰੇ ਮੰਗਣ ਵਾਲੇ ਹੱਥ ਹੀ ਐਡੇ ਕੋਈ ਸੀ, ਪਰ ਉਸਨੇ ਖਜ਼ਾਨਾ ਬਹੁਤ ਤਗੜਾ ਬਖਸ਼ਿਆ ਗੁਰੂ ਸਾਹਿਬ ਦੀ ਨਦਰ ਬਖਸ਼ਣ ਨਾਲ। ਵਾਹਿਗੁਰੂ ਸਾਹਿਬ ਜੀ ਮਿਹਰ ਕਰਨ ਸਭਨਾਂ 'ਤੇ, ਸਭ ਨੂੰ ਸੁੱਖ ਦੇਣ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਫਿਰ ਦੁਬਾਰਾ ਆਪ ਜੀ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।